ਅੱਜ ਦਾ ਜੋ ਸਾਡਾ ਵਿਸ਼ਾ ਹੈ ਉਹ ਹੈ ਜਪ ਵਿਧੀ। ਤਾਂ ਸੰਤ ਮਸ਼ਕੀਨ ਜੀ ਦੱਸਦੇ ਹਨ ਕਿ ਬਹੁਤੇ ਪਰਸਨ ਇਹ ਪੁੱਛਦੇ ਰਹਿੰਦੇ ਹਨ ਸਿਮਰਨ ਕਰਨ ਦੀ ਵਿਧੀ ਕੀ ਹੈ, ਸਿਮਰਨ ਕਿਵੇਂ ਕਰੀਏ। ਤਾਂ ਦੱਸਣ ਵਾਲਿਆਂ ਨੂੰ ਵੀ ਨਹੀਂ ਪਤਾ ਹੁੰਦਾ ਵੀ ਸਿਮਰਨ ਕਿਵੇਂ ਕਰਨਾ। ਭਾਵ ਇਹ ਜਿਹੜੀ ਵਿਧੀ ਹੈ ਉਹ ਆਪਣੇ ਆਪ ਉਤਪੰਨ ਹੁੰਦੀ ਹੈ ਤੇ ਜੇ ਉਹ ਕੋਈ ਢੰਗ ਦੱਸ ਵੀ ਦਿੰਦੇ ਹਨ ਤਾਂ ਜੋ ਪੁੱਛਣ ਵਾਲਾ ਹੈ ਉਹ ਹੋਰ ਭਟਕ ਜਾਂਦਾ ਹੈ ਤੇ ਉਸਦੇ ਮਨ ਵਿੱਚ ਇਹ ਵਿਚਾਰ ਪੈਦਾ ਹੋਣ ਲੱਗ ਜਾਂਦੇ ਹਨ। ਸਮਾਂ ਪਾ ਕੇ ਜਦੋਂ ਉਸਨੂੰ ਕੁਝ ਮਿਲਦਾ ਨਹੀਂ ਤਾਂ ਉਸਦੇ ਵਿੱਚ ਇਹ ਵਿਚਾਰ ਪੈਦਾ ਹੋ ਜਾਂਦੇ ਹਨ ਕਿ ਪਰਮਾਤਮਾ ਹੈ ਜਾਂ ਨਹੀਂ। ਸ਼ੱਕ ਪੈਦਾ ਹੋ ਜਾਂਦਾ ਹੈ, ਉਲਟਾ ਉਹ ਹੋਰ ਉਲਝ ਜਾਂਦਾ ਹੈ। ਤਾਂ ਸੰਤ ਮਸ਼ਕੀਨ ਜੀ ਕਹਿੰਦੇ ਹਨ ਵੀ ਜੇ ਅਸੀਂ ਉੱਤਰ ਲੈਣਾ ਇਸ ਦਾ ਤਾਂ ਗੁਰਬਾਣੀ ਇੱਕ ਅਥਾਹ ਸਾਗਰ ਹੈ ਜਿਸ ਦੇ ਵਿੱਚ ਚੁੱਭੀ ਮਾਰ ਕੇ ਸਾਨੂੰ ਹਰ ਇੱਕ ਸਵਾਲ ਦਾ ਜਵਾਬ ਮਿਲ ਸਕਦਾ ਹੈ। ਤਾਂ ਉਹ ਚੁੱਭੀ ਮਾਰਨ ਦੇ ਲਈ ਸਾਨੂੰ ਗੁਰਬਾਣੀ ਨੂੰ ਪੜ੍ਹਨਾ ਪਵੇਗਾ, ਵਿਚਾਰਨਾ ਪਵੇਗਾ। ਉਸ ਸ਼ਬਦਾਂ ਨੂੰ ਸਾਨੂੰ ਵਿਚਾਰਾਂਗੇ, ਅਸੀਂ ਵਿਚਾਰਾਂਗੇ ਤਾਂ ਸਾਨੂੰ ਉਸ ਦੇ ਉੱਤਰ ਜ਼ਰੂਰ ਮਿਲਣਗੇ। ਜਿਵੇਂ ਗੁਰਬਾਣੀ ਦਾ ਇੱਕ ਸ਼ਬਦ ਹੈ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਵੇ, ਜੇ ਕੋ ਗੁਰਮੁਖ ਹੋਏ। ਭਾਵ ਕੋਈ ਵਿਰਲਾ ਹੀ ਬਾਣੀ ਨੂੰ ਵਿਚਾਰੇਗਾ ਜਿਸ ਨੂੰ ਸਵਾਲ ਜਵਾਬ ਦੇ ਉੱਤਰ ਚਾਹੀਦੇ ਹਨ। ਤਾਂ ਜਿਹੜੀ ਜਪ ਵਿਧੀ ਹੈ, ਜਿਹੜੇ ਵੀ ਸੱਜਣ ਜਪ ਵਿਧੀ ਪੁੱਛਦੇ ਹਨ ਤਾਂ ਸੰਤ ਮਸ਼ਕੀਨ ਜੀ ਨੇ ਸਪਸ਼ਟ ਕਿਹਾ ਵੀ ਉਹਨਾਂ ਅੰਦਰ ਅਜੇ ਭੁੱਖ ਪੈਦਾ ਨਹੀਂ ਹੋਈ, ਭੁੱਖ ਨਹੀਂ ਲੱਗੀ, ਹਜੇ ਪਿਆਸ ਨਹੀਂ ਉਪਜੀ। ਉਹ ਭੁੱਖ ਪਿਆਸ ਕਿਹੜੀ ਹੈ? ਸੰਤ ਮਸ਼ਕੀਨ ਜੀ ਦੱਸਦੇ ਹਨ, ਜਿਵੇਂ ਕਿਸੇ ਵਿਅਕਤੀ ਨੂੰ ਪਾਣੀ ਦੀ ਪਿਆਸ ਲੱਗੀ ਹੈ ਤਾਂ ਉਹ ਪਾਣੀ ਵੱਲ ਦੌੜੇਗਾ। ਭਾਵ ਉਸ ਵਿੱਚ ਚੇਤਨਾ ਵੀ ਇਹ ਚੱਲ ਪਵੇਗੀ ਵੀ ਮੈਨੂੰ ਪਾਣੀ ਦੀ ਪਿਆਸ ਲੱਗੀ ਹੈ, ਪਾਣੀ ਦੀ ਪਿਆਸ ਲੱਗੀ। ਜਿੰਨਾ ਸਮਾਂ ਉਸ ਨੂੰ ਪਾਣੀ ਨਹੀਂ ਮਿਲੇਗਾ ਉਨਾ ਸਮੇਂ ਤੱਕ ਉਸ ਵਿੱਚ ਉਹ ਚੇਤਨਾ ਨਹੀਂ ਮੁੱਕੇਗੀ, ਉਹ ਪਿਆਸ ਵੱਧਦੀ ਜਾਵੇਗੀ। ਐਸੇ ਤਰ੍ਹਾਂ ਹੀ ਜਿਸ ਵਿਅਕਤੀ ਨੂੰ ਭੋਜਨ ਦੀ ਭੁੱਖ ਲੱਗੀ ਹੈ ਉਹ ਭੋਜਨ ਦੀ ਤਲਾਸ਼ ਕਰੇਗਾ ਤੇ ਉਨਾ ਸਮਾਂ ਉਸ ਵਿੱਚ ਉਹ ਭੋਜਨ ਦੀ ਭੁੱਖ ਹੈ ਜਿਹੜੀ ਨਹੀਂ ਬੁਝੇਗੀ ਜਿੰਨਾ ਸਮਾਂ ਉਸ ਨੂੰ ਉਹ ਭੋਜਨ ਨਹੀਂ ਮਿਲੇਗਾ। ਭਾਵ ਉਨਾ ਸਮਾਂ ਉਸ ਦੀ ਭੁੱਖ
ਜਾਰੀ ਰਹੇਗੀ। ਤਾਂ ਪਾਣੀ ਦੀ ਪਿਆਸ ਪੂਰੀ ਕਰਨ ਲਈ ਉਸਨੂੰ ਕੁਛ ਨਾ ਕੁਛ ਕਰਨਾ ਪਵੇਗਾ। ਪਾਣੀ ਦੀ ਪਿਆਸ ਬੁਝਾਉਣ ਲਈ ਉਸਨੂੰ ਪਾਣੀ ਵੱਲ ਜਾਣਾ ਪਵੇਗਾ। ਇਸੇ ਤਰ੍ਹਾਂ ਭੋਜਨ ਦੀ ਭੁੱਖ ਮਿਟਾਉਣ ਦੇ ਲਈ ਉਸਨੂੰ ਭੋਜਨ ਵੱਲ ਜਾਣਾ ਪਵੇਗਾ ਵੀ ਉਹ ਭੋਜਨ ਹੈ ਕਿੱਥੇ। ਤਾਂ ਇਸੇ ਤਰ੍ਹਾਂ ਜਿਹੜੀ ਹੈਗੀ ਹੈ ਜਪ ਵਿਧੀ ਹੈ, ਭਾਵ ਜਿਹੜਾ ਅਸੀਂ ਜਪ ਵਿਧੀ ਹਰ ਇੱਕ ਤੋਂ ਅਸੀਂ ਪੁੱਛਦੇ ਰਹਿੰਦੇ ਹਾਂ ਵੀ ਸਿਮਰਨ ਕਰਨ ਦੀ ਵਿਧੀ ਕੀ ਹੈ, ਤਾਂ ਇਸ ਤੋਂ ਸਿੱਧਾ ਸਪਸ਼ਟ ਹੈ ਕਿ ਸਾਡੇ ਅੰਦਰ ਹਜੇ ਉਹ ਭੁੱਖ ਨਹੀਂ ਪੈਦਾ ਹੋਈ। ਜਿਵੇਂ ਪਾਣੀ ਪੀਣ ਵਾਲੇ ਅੰਦਰ ਪਾਣੀ ਪੀਣ ਦੀ ਪਿਆਸ ਜਾਗੀ ਹੈ, ਭੋਜਨ ਖਾਣ ਵਾਲੇ ਅੰਦਰ ਭੋਜਨ ਦੀ ਭੁੱਖ ਜਾਗੀ ਹੈ। ਉਸੇ ਤਰ੍ਹਾਂ ਸਾਡੇ ਅੰਦਰ ਹਜੇ ਪਰਮਾਤਮਾ ਦੀ ਭੁੱਖ ਨਹੀਂ ਜਾਗੀ ਹੈ। ਤਾਂ ਪਰਮਾਤਮਾ ਦੀ ਭੁੱਖ ਜਦੋਂ ਜਾਗੇਗੀ ਤਾਂ ਸਮਝ ਲੈਣਾ ਉਸ ਦਾ ਜੋ ਮੁੱਖ ਹੈ ਉਹ ਸਤ ਸੰਗਤ ਵੱਲ ਹੋ ਜਾਏਗਾ, ਭਾਵ ਸਾਧ ਸੰਗਤ ਵੱਲ ਹੋ ਜਾਵੇਗਾ। ਫਿਰ ਰਸਨਾ ਉੱਤੇ ਸਿੱਧ ਵਾਹਿਗੁਰੂ ਵਾਹਿਗੁਰੂ ਦਾ ਜਾਪ ਪੈਦਾ ਹੋਵੇਗਾ। ਤਾਂ ਭੁੱਖੇ ਦਾ ਭੋਜਨ ਖਾਣਾ ਹੀ ਵਿਧੀ ਹੈ, ਪਿਆਸੇ ਦਾ ਪਾਣੀ ਪੀਣਾ ਹੀ ਵਿਧੀ ਹੈ, ਤੇ ਜਿਗਿਆਸੂ ਦਾ ਨਾਮ ਜਪਣਾ ਹੀ ਵਿਧੀ ਹੈ। ਤਾਂ ਇਸ ਵਿੱਚ ਇੱਕ ਪ੍ਰਸ਼ਨ ਫਿਰ ਖੜਾ ਹੋ ਗਿਆ ਕਿ ਕੋਈ ਭੋਜਨ ਖਾ ਰਿਹਾ ਹੈ, ਕੋਈ ਪਾਣੀ ਪੀ ਰਿਹਾ ਹੈ। ਦਿਸ ਪੈਂਦਾ ਹੈ, ਕਿਵੇਂ ਪਤਾ ਚੱਲੇ ਕਿ ਇਸ ਅੰਦਰ ਪ੍ਰਭੂ ਪਿਆਸ ਪੈਦਾ ਹੋ ਗਈ ਹੈ। ਤੇ ਅਗਰ ਉਹ ਜਪ ਰਿਹਾ ਹੈ ਤਾਂ ਕਿਸ ਤਰ੍ਹਾਂ ਜਪ ਰਿਹਾ ਹੈ। ਇਸ ਸੰਬੰਧ ਵਿੱਚ ਜੋ ਗੁਰਬਾਣੀ ਨੇ ਸੁਝਾਅ ਦੱਸੇ ਹਨ ਉਹ ਸੰਤ ਮਸਕੀਨ ਜੀ ਪਾਠਕਾਂ ਨੇ ਸਾਂਝੇ ਕਰ ਰਹੇ ਹਨ। ਜਪਣ ਵਾਲਿਆਂ ਤੇ ਜੋ ਰਸ ਵਰਸਿਆ ਹੈ ਤੇ ਉਹਨਾਂ ਨੇ ਜਿਸ ਢੰਗ ਨਾਲ ਰਸ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਧਾਰਮਿਕ ਜਗਤ ਵਿੱਚ ਵਿਧੀ ਵਿਧਾਨ ਬਣ ਗਿਆ ਹੈ, ਭਾਵ ਉਹ ਢੰਗ ਬਣ ਗਿਆ ਹੈ। ਤਾਂ ਗੁਰੂ ਨਾਨਕ ਦੇਵ ਜੀ ਨੇ ਇਸ ਨੂੰ ਬੜਾ ਸੋਹਣਾ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸਿਆ ਹੈ। ਧੁਨ ਮੈਂ ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਭਾਵ ਗੁਰੂ ਘਰ ਵਿੱਚ ਸ਼ਬਦ ਸੁਰਤ ਦੇ ਮੇਲ ਦੀ ਚਰਚਾ ਹੀ ਕੀਤੀ ਜਾਂਦੀ ਹੈ। ਤਾਂ ਸ਼ਬਦ ਸੁਰਤ ਹੀ ਦੇ ਮੇਲ ਨੂੰ ਧੁਨ ਤੇ ਧਿਆਨ ਕਿਹਾ ਗਿਆ।
ਤੇ ਜਗਤ ਗੁਰੂ ਨਾਨਕ ਦੇਵ ਜੀ ਵੀ ਮਹਾਰਾਜ ਜੀ ਨੇ ਧਿਆਨ ਨੂੰ ਧੁਨ ਨਾਲ ਜੋੜਨ ਦਾ ਉਪਦੇਸ਼ ਦਿੱਤਾ ਹੈ। ਧਿਆਨ ਕੀ ਹੈ? ਉਹ ਹੈ ਸਾਡੀ ਸੁਰਤ, ਤੇ ਜੋ ਧੁਨ ਹੈ ਉਹ ਹੈ ਆਵਾਜ਼। ਭਾਵ ਆਵਾਜ਼ ਤੇ ਸੁਰਤ ਜਦੋਂ ਦੋਨਾਂ ਦਾ ਮੇਲ ਹੋ ਜਾਊਗਾ, ਦੋਨਾਂ ਨੂੰ ਜੋੜਨਾ ਅਸੀਂ, ਉਦੋਂ ਉਹ ਸਾਡੀ ਜਪ ਵਿਧੀ ਬਣ ਜਾਊਗੀ, ਸਿਮਰਨ ਵਿਧੀ ਬਣ ਜਾਊਗੀ। ਧੁਨ ਵਿੱਚ ਧਿਆਨ ਜੋੜਨਾ ਵਾਸਤਵਿਕ ਧੁਨ ਨੂੰ ਸੁਣਨਾ ਹੈ। ਭਾਵ ਜੋ ਆਵਾਜ਼ ਅਸੀਂ ਵਾਹਿਗੁਰੂ ਵਾਹਿਗੁਰੂ ਮੰਤਰ ਅਸੀਂ ਬੋਲਦੇ ਹਾਂ, ਉਸ ਨੂੰ ਸੁਣਨਾ ਹੈ। ਉਹ ਸਾਡੀ ਧੁਨ ਹੈ। ਤੇ ਧਿਆਨ ਹੈ ਜੋ, ਉਹ ਹੈ ਸੁਰਤ। ਤਾਂ ਸੁਰਤ ਹੈ, ਉਹ ਹੈ ਸਾਡਾ ਧਿਆਨ। ਤੇ ਗੁਰਬਾਣੀ ਤਾਂ ਸੰਤ ਮਸਕੀਨ ਜੀ ਨੇ ਇਸ ਨੂੰ ਬੜੇ ਸੋਹਣੇ ਢੰਗ ਨਾਲ ਵਿਆਖਿਆ ਕੀਤੀ ਹੈ। ਕਈ ਵਾਰ ਕੀ ਹੁੰਦਾ ਹੈ, ਅਕਸਰ ਅਸੀਂ ਗੱਲਾਂ ਕਰਦੇ ਹੁੰਦੇ ਹਾਂ, ਤਾਂ ਗੱਲਾਂ ਕਰਦੇ ਕਰਦੇ ਅਸੀਂ ਕਿਸੇ ਨੂੰ ਕਹਿ ਦਿੰਦੇ ਹਾਂ, ਉਹ ਗੱਲ ਦੁਬਾਰਾ ਕਰੋ, ਮੈਨੂੰ ਸਮਝ ਨਹੀਂ ਆਈ। ਭਾਵ ਮੇਰਾ ਇਸ ਵੱਲ ਧਿਆਨ ਨਹੀਂ ਸੀ, ਉਦੋਂ ਤੁਸੀਂ ਕੀ ਗੱਲ ਕੀਤੀ ਸੀ। ਤਾਂ ਮਤਲਬ ਉਸ ਸਮੇਂ ਸਾਡੀ ਸੁਰਤ ਉਸ ਵਿੱਚ ਨਹੀਂ ਸੀ, ਉਸ ਗੱਲ ਵਿੱਚ ਨਹੀਂ ਸੀ, ਉਸ ਧੁਨ ਵਿੱਚ ਨਹੀਂ ਸੀ। ਤਾਂ ਧੁਨ ਤੇ ਧਿਆਨ, ਭਾਵ ਧਿਆਨ ਹੈ ਉਹ ਸੁਰਤ ਹੈ, ਤੇ ਧੁਨ ਹੈ ਉਹ ਆਵਾਜ਼ ਹੈ। ਜਦੋਂ ਆਵਾਜ਼ ਤੇ ਸੁਰਤ ਦੋਨੋਂ ਨਹੀਂ ਜੁੜਨਗੇ, ਉਨਾ ਸਮਾਂ ਸਿਮਰਨ ਕੀਤਾ ਆਜਾਈ ਹੈ। ਦੋਨਾਂ ਨੂੰ ਜੋੜਾਂਗੇ ਤਾਂ ਉਹ ਜਪ ਵਿਧੀ ਬਣ ਜਾਊਗੀ, ਉਸਦਾ ਰਸ ਆਵੇਗਾ ਹੀ ਆਵੇਗਾ। ਤਾਂ ਗੁਰਬਾਣੀ ਦੇ ਵਿੱਚ ਇੱਕ ਸ਼ਬਦ ਹੈ, ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਤਾਂ ਮੱਤ ਵਿੱਚ ਹੀਰੇ ਮੋਤੀ ਇਹ ਕਦੋਂ ਪੈਦਾ ਹੋਣਗੇ ਸਾਡੇ? ਜਦੋਂ ਅਸੀਂ ਸੁਰਤ ਤੇ ਆਵਾਜ਼ ਨੂੰ ਜੋੜਾਂਗੇ। ਜੇ ਇੱਕ ਗੁਰ ਕੀ ਸਿੱਖ ਸੁਣੀ, ਭਾਵ ਇੱਕ ਗੁਰੂ ਦੀ ਸਿੱਖ ਨੇ ਸੁਣੀ। ਤਾਂ ਇਹ ਪਿਆਸ ਕਦੋਂ ਪੈਦਾ ਹੁੰਦੀ ਹੈ? ਇਸ ਦੀ ਵਿਆਖਿਆ ਵੀ ਗੁਰਬਾਣੀ ਦੇ ਵਿੱਚ ਕੀਤੀ ਹੈ। ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਏ, ਸਾਚੇ ਨਾਮ ਕੇ ਲਾਗੇ ਭੂਖ, ਉਤ ਭੁੱਖੇ ਖਾਏ ਚਲੀਏ ਦੁਖ। ਤਾਂ ਇਹ ਭੁੱਖ ਉਦੋਂ ਹੀ ਲੱਗੂਗੀ ਜਦੋਂ ਸਾਡੇ ਕਦਮ ਸਤ ਸੰਗਤ ਵੱਲ, ਕੀਰਤਨ ਸੁਣਨ ਵੱਲ ਚੱਲ ਪੈਣਗੇ। ਭਾਵ ਤੁਸੀਂ ਕੀਰਤਨ ਸੁਣ ਰਹੇ ਹੋ, ਭਾਵੇਂ ਤੁਹਾਨੂੰ ਸਮਝ ਆ ਰਹੀ ਹੈ ਜਾਂ ਨਹੀਂ ਆ ਰਹੀ, ਪਰ ਤੁਸੀਂ ਕੀਰਤਨ ਸੁਣਨ ਦੀ ਕੋਸ਼ਿਸ਼ ਕਰ ਰਹੇ ਹੋ। ਭਾਵ
ਤੁਸੀਂ ਧੁਨ ਵੱਲ ਧਿਆਨ ਲਗਾ ਰਹੇ ਹੋ ਤਾਂ ਤੁਹਾਡਾ ਜਿਹੜਾ ਸੁਰਤ ਤੇ ਆਵਾਜ਼ ਦਾ ਸੰਬੰਧ ਬਣ ਗਿਆ ਜਦੋਂ, ਉਦੋਂ ਇੱਕ ਕਦਮ ਤੁਹਾਡੇ ਉਸ ਪਰਮਾਤਮਾ ਵੱਲ ਚੱਲ ਪਏ ਹਨ। ਭਾਵ ਤੁਹਾਡੇ ਵਿੱਚ ਭੁੱਖ ਉਤਪੰਨ ਹੋਣ ਲੱਗ ਪਈ ਹੈ। ਤਾਂ ਸਮੂਹਿਕ ਬੰਦਗੀ ਵਿੱਚ ਸੰਗਤ ਵਿੱਚ ਬੈਠੇ ਸਿਰਫ ਕੀਰਤਨ ਨੂੰ ਸੁਣਨਾ ਹੈ। ਸ਼ਬਦ ਦਾ ਭਾਵ ਅਰਥ ਅਗਰ ਨਹੀਂ ਵੀ ਆਉਂਦਾ ਤਾਂ ਵੀ ਸੁਣਨ ਵਿੱਚ ਧਿਆਨ ਲਾਉਣਾ ਹੈ, ਤਾਂ ਜੋ ਸ਼ਬਦ ਕੰਨਾਂ ਰਾਹੀਂ ਅੰਦਰ ਪ੍ਰਵੇਸ਼ ਕਰਨ। ਤਾਂ ਸ਼ਬਦ ਦਾ ਕੰਨਾਂ ਰਾਹੀਂ ਪ੍ਰਵੇਸ਼ ਕਰਨਾ ਅਤੀ ਜ਼ਰੂਰੀ ਹੈ। ਇਹ ਕਦੋਂ ਹੋਵੇਗਾ? ਤਾਂ ਜਗਤ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕੀਤਾ ਹੈ, ਧੁਨ ਮੈਂ ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਭਾਵ ਜਦੋਂ ਧੁਨ ਤੇ ਧਿਆਨ ਦਾ ਸੰਬੰਧ ਹੋ ਗਿਆ, ਆਪਸ ਵਿੱਚ ਜੁੜ ਗਏ। ਧੁਨ ਕੀ ਹੈ? ਆਵਾਜ਼। ਤੇ ਧਿਆਨ ਕੀ ਹੈ? ਸੁਰਤ ਤੇ ਆਵਾਜ਼ ਦੋਨੇ ਆਪਸ ਵਿੱਚ ਜੁੜਨਗੇ ਤਾਂ ਸਾਨੂੰ ਭੁੱਖ ਲੱਗਣੀ ਸ਼ੁਰੂ ਹੋ ਜਾਵੇਗੀ। ਇਹ ਭੁੱਖ ਸਾਨੂੰ ਸਿਮਰਨ ਵਿਧੀ ਆਪਣੇ ਆਪ ਗਿਆਨ ਕਰਵਾ ਦੇਵੇਗੀ। ਠੀਕ ਹੈ। ਤਾਂ ਅੱਜ ਦਾ ਜੋ ਸਾਡਾ ਵਿਸ਼ਾ ਸੀ ਉਹ ਹੈ ਜਪ ਵਿਧੀ। ਤਾਂ ਜਪ ਵਿਧੀ ਅਕਸਰ ਕੀ ਹੈ? ਪਰਮਾਤਮਾ ਦੀ ਭੁੱਖ ਨੂੰ ਪੈਦਾ ਕਰਨਾ। ਜਿਵੇਂ ਹੀ ਭੁੱਖ ਪੈਦਾ ਹੋਵੇਗੀ, ਆਪਣੇ ਆਪ ਉਹ ਵਿਧੀ ਆ ਜਾਵੇਗੀ। ਕੋਈ ਇਸ ਨੂੰ ਬਿਆਨ ਨਹੀਂ ਕਰ ਸਕਦਾ, ਕੋਈ ਇਸ ਨੂੰ ਦੱਸ ਨਹੀਂ ਸਕਦਾ। ਇਹ ਜਦੋਂ ਭੁੱਖ ਉਤਪੰਨ ਹੋਵੇਗੀ ਤਾਂ ਇਹ ਵਿਧੀ ਆਪਣੇ ਆਪ ਆ ਜਾਵੇਗੀ। ਜਦੋਂ ਸਾਡੇ ਕਦਮ ਪਰਮਾਤਮਾ ਦੇ ਦਰ ਵੱਲ ਜਾਣ ਲੱਗ ਪਏ ਤਾਂ ਸਮਝ ਲੈਣਾ ਇਹ ਭੁੱਖ ਉਤਪੰਨ ਹੋਣ ਲੱਗ ਪਈ, ਭੁੱਖ ਉਤਪੰਨ ਹੋ ਗਈ ਹੈ। ਤਾਂ ਸਮਝ ਲੈਣਾ ਅਸੀਂ ਪਰਮਾਤਮਾ ਦੀ ਭੁੱਖ ਸਾਨੂੰ ਲੱਗਣੀ ਸ਼ੁਰੂ ਹੋ ਗਈ। ਤਾਂ ਅੱਜ ਦਾ ਜੋ ਵਿਸ਼ਾ ਸੀ ਜਪ ਵਿਧੀ, ਇਹ ਗੁਰਬਾਣੀ ਵਿੱਚੋਂ ਸੰਤ ਮਸਕੀਨ ਜੀ ਨੇ